हेलो दोस्तों, स्वागत है ਤੁਹਾਡਾ EVS +2 यानी कि एनवायरनमेंट एजुकेशन +2 ਦੇ ਪਹਿਲੇ ਵੀਡੀਓ ਦੇ ਵਿੱਚ। ਤੇ ਲੈਸਨ ਆਪਣਾ ਹੈ, ਪਹਿਲਾ ਲੈਸਨ ਹੈ ਬਾਇਓਡਾਇਵਰਸਿਟੀ 1। ਤੇ ਇਸ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਸਾਰੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਣ ਤਾਂ ਕਿ ਜਦੋਂ ਵੀ ਮੈਂ ਨਵੀਂ ਵੀਡੀਓ ਬਣਾਵਾਂ ਤੇ ਤੁਹਾਨੂੰ ਇਸ ਦਾ ਨੋਟੀਫਿਕੇਸ਼ਨ ਮਿਲ ਜਾਏ। ਚਲੋ ਸ਼ੁਰੂ ਕਰਦੇ ਹਾਂ। ਬਾਇਓਡਾਇਵਰਸਿਟੀ, ਪਰ ਬਾਇਓਡਾਇਵਰਸਿਟੀ ਨੂੰ ਜਾਣਨ ਤੋਂ ਪਹਿਲਾਂ, ਪੜ੍ਹਨ ਤੋਂ ਪਹਿਲਾਂ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਹੈ, ਪਤਾ ਹੋਣਾ ਚਾਹੀਦਾ ਕਿ এনवायरमेंट ਐਜੂਕੇਸ਼ਨ ਕਿਉਂ ਦਿੱਤੀ ਜਾ ਰਹੀ ਹੈ, ਜਿਹੜੀ ਹੈ ਕਿ ਵਾਤਾਵਰਣ ਸਿੱਖਿਆ ਕਿਉਂ ਦਿੱਤੀ ਜਾ ਰਹੀ ਹੈ, ਕਾਰਨ ਕੀ ਹੈ। ਅਸੀਂ ਜਿੱਥੇ ਰਹਿੰਦੇ ਜਿਸ ਧਰਤੀ 'ਤੇ ਰਹਿੰਦੇ ਹਾਂ, ਇਸ ਦਾ ਇੱਕ ਆਪਣਾ ਵਾਤਾਵਰਣ ਹੈ, ਇੱਕ ਦਾ ਆਪਣਾ ਐਟਮੋਸਫੇਅਰ ਹੈ। ਔਰ इस एटमोसफेयर में, इस वातावरण में खतरा पैदा हो गया है। खतरा भी किस तो पैदा होया है? साडे मनुखी ਕੰਮਾਂ ਦੇ ਕਰਕੇ ਹੀ, ਸਾਡੇ ਆਪਣੇ ਲਾਲਚਾਂ ਕਰਕੇ, ਸਾਡੇ ਜਿਹੜੀ ਹੈ ਰਿਸੋਰਸਿਸ ਹੈ ਉਹਦੇ ਓਵਰ ਐਕਸਪਲੋਇਟੇਸ਼ਨ ਕਰਕੇ। ਤੇ ਇਸ ਲਈ ਹੀ ਇਸ ਚੀਜ਼ ਨੂੰ এনवायरमेंट ਐਜੂਕੇਸ਼ਨ 'ਚ ਸ਼ਾਮਿਲ ਕੀਤਾ ਗਿਆ। ਪਹਿਲਾਂ ਜੋ ਵੀ ਬਦਲਾਅ ਆ ਰਹੇ ਸੀਗੇ ਵਾਤਾਵਰਣ ਦੇ ਵਿੱਚ, ਉਸ ਦਾ ਜ਼ਿਆਦਾਤਰ ਅਸਰ ਦਿਸਦਾ ਨਹੀਂ ਸੀ ਹੁੰਦਾ, ਪਰ 20ਵੀਂ ਸ਼ਤਾਬਦੀ ਦੇ ਐਂਡ ਦੇ ਵਿੱਚ ਇਹਨਾਂ ਚੀਜ਼ਾਂ ਦਾ ਕਾਫੀ ਅਸਰ ਰਿਹਾ। ਔਰ ਇਹ ਮੰਨਿਆ ਜਾਂਦਾ ਹੈ ਕਿ ਵੀ ਬਹੁਤ ਸਾਰੇ ਜਿਹੜੇ ਸਪੀਸੀਜ਼ ਨੇ, ਬਹੁਤ ਸਾਰੇ ਜੰਤੂ ਜਿਹੜੇ ਨੇ, ਬਹੁਤ ਸਾਰੇ ਪੌਦੇ ਨੇ ਜਿਹੜੇ ਕਿ ਅਲੋਪ ਹੋ ਗਏ ਨੇ। ਉਸ ਤੋਂ ਬਾਅਦ ਹੁਣ ਵੀ ਬਹੁਤ ਸਾਰੇ ਪੌਦੇ ਇੱਦਾਂ ਦੇ ਹੈਗੇ ਜਿਹੜੇ ਅਲੋਪ ਹੋਣ ਦੇ ਕਗਾਰ 'ਤੇ ਹੈਗੇ। ਅਤੇ ਜੇ ਇਹ ਅਲੋਪ ਹੋ ਜਾਣਗੇ ਅਤੇ ਉਸ 'ਤੇ ਨਿਰਭਰ ਹੋਣ ਵਾਲੇ ਜੀਵ, ਕਿਉਂਕਿ ਅਸੀਂ ਜਿੰਨੇ ਵੀ ਜੀਵ ਜੰਤੂ ਇੱਥੇ ਰਹਿੰਦੇ ਹਾਂ ਇਸ ਧਰਤੀ 'ਤੇ, ਇਹ ਆਪਸ ਦੇ ਵਿੱਚ ਨਿਰਭਰ ਕਰਦੇ ਇੱਕ ਦੂਸਰੇ 'ਤੇ। ਅਤੇ ਇੱਕ ਦੂਸਰੇ 'ਤੇ ਨਿਰਭਰਤਾ ਜਿਹੜੀ ਜਦੋਂ ਰਹਿੰਦੀ ਹੈ ਅਤੇ ਇਹ ਜਿਹੜਾ ਵਾਤਾਵਰਣ ਹੈ ਇੱਕ ਸਮਾਜਿਕ ਰੂਪ ਦੇ ਵਿੱਚ ਅੱਗੇ ਵੱਧਦਾ ਰਹਿੰਦਾ ਹੈ। ਪਰ ਇਸ ਦੇ ਵਿੱਚੋਂ ਕਿਸੇ ਇੱਕ ਸਪੀਸੀਸ ਜਿਸ ਦੇ ਉੱਤੇ ਕਿ ਦੂਸਰੇ ਸਪੀਸੀਸ ਦਾ, ਦੂਸਰੇ ਜੰਤੂ ਦੀ ਨਿਰਭਰਤਾ ਸੀ, ਅਗਰ ਉਹ ਖਤਮ ਹੋ ਜਾਂਦਾ ਤਾਂ ਉਹ ਜੰਤੂ ਵੀ ਖਤਮ ਹੋ ਜਾਂਦਾ। ਉਸ ਦੂਸਰੇ 'ਤੇ ਕਿਸੇ ਤੀਸਰੇ ਜੰਤੂ ਦੀ ਨਿਰਭਰਤਾ ਸੀਗੀ, ਉਹ ਵੀ ਖਤਮ ਹੋ ਜਾਂਦਾ। ਇੱਕ ਚੱਕਰ ਜਿਹੜਾ ਚੱਲਦਾ ਰਹਿੰਦਾ ਹੈ, ਇੱਕ ਜਿਹੜਾ ਇੱਕ ਸਰਕਲ ਹੈ ਨਿਰਭਰਤਾ ਦਾ, ਉਹ ਖਤਮ ਹੋ ਜਾਂਦਾ ਹੈ ਇੱਕ ਜੰਤੂ ਦੇ ਖਤਮ ਹੋਣ ਦੇ ਨਾਲ। ਅਤੇ ਇਸ ਚੀਜ਼ ਨੂੰ ਮਹਿਸੂਸ ਕੀਤੀ ਗਈ, ਇਸ ਦੀ ਲੋੜ ਦੀ ਮਹਿਸੂਸ ਕੀਤੀ ਗਈ ਕਿ ਵੀ ਐਜੂਕੇਸ਼ਨ, ਸਿੱਖਿਆ ਨਵੀਂ ਪੀੜ੍ਹੀ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਜੋ ਗਲਤੀਆਂ ਕੀਤੀਆਂ ਗਈਆਂ ਉਸ ਨੂੰ ਦੁਹਰਾਇਆ ਨਾ ਜਾਵੇ, ਉਸ ਨੂੰ ਰੋਕਿਆ ਜਾਵੇ ਅਤੇ এনवायरमेंट ਨੂੰ ਇੰਪਰੂਵ ਕਰਨ ਲਈ ਵੱਖ-ਵੱਖ ਕਦਮ ਚੁੱਕੇ ਜਾਣ। ਇਸ ਲਈ ਹੀ এনवायरमेंट ਸਿੱਖਿਆ ਨੂੰ ਕੰਪਲਸਰੀ ਕੀਤਾ ਗਿਆ ਹੈ। ਔਰ +1 ਤੋਂ ਇਹ ਸੈਪਰੇਟ ਸਬਜੈਕਟ ਦੇ ਰੂਪ ਵਿੱਚ ਪੜ੍ਹਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਇਸ ਚੀਜ਼ ਬਾਰੇ ਅਸੀਂ ਜੋਗ੍ਰਾਫੀਕਲ ਕੰਡੀਸ਼ਨਸ ਦੇ ਵਿੱਚ ਪੜ੍ਹਦੇ ਹਾਂ, ਜੋਗ੍ਰਾਫੀ 'ਚ ਪੜ੍ਹਦੇ ਹਾਂ, ਪਰ +1 ਤੋਂ ਬਾਅਦ ਗ੍ਰੈਜੂਏਸ਼ਨ ਤੱਕ ਇਸ ਨੂੰ ਕੰਪਲਸਰੀ ਕੀਤਾ ਗਿਆ, ਕਿਉਂਕਿ ਇਹ ਇਸ ਤਰ੍ਹਾਂ ਦੀ ਏਜ ਹੈ ਜਿਸ ਦੇ ਵਿੱਚ ਕਿ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਵੀ ਅਸੀਂ ਕਿਉਂ ਵਾਤਾਵਰਣ ਨੂੰ ਬਚਾਈਏ। ਜੇ ਵਾਤਾਵਰਣ ਨੂੰ ਅਸੀਂ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਹਾਂ ਤਾਂ ਇਹ ਉਹ ਦਿਨ ਦੂਰ ਨਹੀਂ ਕਿ ਜਦੋਂ ਜੀਵਨ ਹੀ ਖਤਮ ਹੋ ਜਾਏਗੀ ਪ੍ਰਿਥਵੀ ਤੋਂ। ਇਸ ਲਈ ਇਹ ਜ਼ਰੂਰੀ ਹੈ, ਇਹ ਸਿੱਖਿਆ, ਵਾਤਾਵਰਣ ਸਿੱਖਿਆ ਬਹੁਤ ਜ਼ਰੂਰੀ ਸੀ। ਅਤੇ ਚਲੋ ਅੱਗੇ ਵੱਧਦੇ ਹਾਂ ਲੈਸਨ ਦੇ ਨਾਲ। ਅਤੇ ਬਾਇਓਡਾਇਵਰਸਿਟੀ, ਇਹ ਹੈ ਮੇਰੇ ਬਾਰੇ ਥੋੜ੍ਹਾ ਜਿਹਾ ਜੈਵਿਕ ਵਿਭਿੰਨਤਾ। ਜੈਵਿਕ ਵਿਭਿੰਨਤਾ ਕੀ ਹੈ? ਜੈਵਿਕ ਵਿਭਿੰਨਤਾ ਦਾ ਮਤਲਬ ਹੈ ਕਿਸੇ ਖੇਤਰ ਦੇ ਵਿੱਚ ਪਾਏ ਜਾਣ ਵਾਲੇ ਸਾਰੇ ਪ੍ਰਕਾਰ ਦੇ ਪੌਦੇ, ਜੰਤੂ, ਸੂਖਮ ਜੀਵਾਂ ਆਦਿ ਤੋਂ। ਕਿਸੇ ਵੀ ਖੇਤਰ ਦੇ ਵਿੱਚ, ਕਿਸੇ ਵੀ ਏਰੀਆ ਦੇ ਵਿੱਚ ਜਿੰਨੀ ਵੀ ਜੰਤੂ, ਪੌਦੇ, ਸੂਖਮ ਜੀਵ, ਹਰ ਤਰ੍ਹਾਂ ਦੇ, ਇਹਦੇ ਵਿੱਚ ਮਨੁੱਖ ਵੀ ਸ਼ਾਮਿਲ ਹੈ, ਮਨੁੱਖ ਵੀ ਸ਼ਾਮਿਲ ਹੈ, ਸਾਰੇ ਤੋਂ ਹੈ। ਜੈਵਿਕ ਵਿਭਿੰਨਤਾ ਦਾ ਉਦਾਹਰਨ ਅਸੀਂ ਦੇਖ ਸਕਦੇ ਹਾਂ ਖੇਡ ਦੇ ਮੈਦਾਨ 'ਚ, ਜਿੱਥੇ ਕਿ ਅਲੱਗ-ਅਲੱਗ ਛੋਟੀ ਛੋਟੀ ਚੀਟੀਆਂ, ਕੀੜੇ ਮਕੌੜੇ, ਹੋਰ ਚੀਜ਼ਾਂ ਮਿਲ ਜਾਂਦੀਆਂ, ਈਵਨ ਗਰਾਸ ਮਿਲ ਜਾਂਦੇ ਨੇ, ਈਵਨ ਹੋਰ ਚੀਜ਼ਾਂ ਆਸੇ ਪਾਸੇ ਤੁਸੀਂ ਦੇਖੋਗੇ, ਧਿਆਨ ਲਗਾਓਗੇ ਤਾਂ ਰੇਲਵੇ ਲਾਈਨਾਂ ਦੇ ਸਾਈਡਾਂ 'ਤੇ ਤੁਸੀਂ ਦੇਖ ਲਓਗੇ ਕਿ ਕਿੰਨੀ ਸਾਰੀ ਜੀਵ ਜੰਤੂ ਪਾਏ ਜਾਂਦੇ ਹਨ। ਉਸ ਤੋਂ ਬਾਅਦ ਇਹ ਬਾਇਓਡਾਇਵਰਸਿਟੀ ਦੀ ਇੱਕ ਪਿਕਚਰ ਹੈ ਜਿਸ ਦੇ ਵਿੱਚ ਕਿ ਅਲੱਗ-ਅਲੱਗ ਜਾਨਵਰ, ਅਲੱਗ-ਅਲੱਗ ਪੌਦੇ ਦੀ ਪਿਕਚਰ ਹੈ। ਅੱਗੇ ਚੱਲਦੇ ਹਾਂ। ਨਹਿਰਾਂ ਦੇ ਸਾਈਡਾਂ 'ਚ, ਖੇਤਾਂ 'ਚ, ਸੜਕਾਂ ਦੇ ਸਾਈਡਾਂ 'ਤੇ ਅਸੀਂ ਬਹੁਤ ਸਾਰੀਆਂ ਕਿਸਮਾਂ ਦੇ ਪੌਦੇ ਅਤੇ ਜੰਤੂ, ਸੂਖਮ ਜੀਵਾਂ ਦੇਖਦੇ ਹਾਂ। ਠੀਕ ਹੈ, ਅਸੀਂ ਜੇ ਅਧਿਐਨ ਕਰੀਏ ਤਾਂ ਅਸੀਂ ਬਹੁਤ ਕਿਸਮਾਂ ਦੇ ਸੂਖਮ ਜੀਵ ਨਜ਼ਰ ਆਉਣਗੇ ਜੇ ਕਲੋਜ਼ਲੀ ਨਜ਼ਰ ਕਰੀਏ। ਕੁਛ ਤਾਂ ਸਾਨੂੰ ਸਿਰਫ ਅੱਖਾਂ ਨਾਲ ਹੀ ਨਜ਼ਰ ਆਉਂਦੇ, ਕੁਛ ਅਸੀਂ ਜੇ
ਲੈਂਸ ਲਗਾ ਕੇ ਮਾਈਕਰੋਸਕੋਪ ਲਗਾ ਕੇ ਵੇਖਦੇ ਹਾਂ ਤੇ ਹੋਰ ਅਲੱਗ ਤਰ੍ਹਾਂ ਦੇ ਜੀਵ ਸਾਨੂੰ ਨਜ਼ਰ ਆਉਂਦੇ ਸਾਡੇ ਏਰੀਆਵਾਂ 'ਚ। ਤੇ ਹੁਣ ਜੈਵਿਕ ਵਿਭਿੰਨਤਾ ਦਾ ਸਿਧਾਂਤ ਕੀ, ਜੈਵਿਕ ਵਿਭਿੰਨਤਾ ਕੀ ਹੈ ਉਹਦੇ ਨਾਲ ਜਾਣ ਪਛਾਣ ਹੋ ਗਈ। ਇਹਦਾ ਸਿਧਾਂਤ ਕੀ ਹੈ? ਜੈਵਿਕ ਵਿਭਿੰਨਤਾ ਦਾ ਮਤਲਬ ਹੁੰਦਾ ਕਿਸੇ ਖੇਤਰ ਦੇ ਵਿੱਚ ਪਾਏ ਜਾਣ ਵਾਲੇ ਸਾਰੇ ਪ੍ਰਕਾਰ ਦੇ ਪੌਦੇ, ਜੰਤੂ, ਸੂਖਮ ਜੀਵਾਂ ਆਦਿ। ਜੈਵਿਕ ਵਿਭਿੰਨਤਾ ਸ਼ਬਦ ਦੀ ਅਗਰ ਗੱਲ ਕਰੀਏ, ਪਹਿਲੀ ਵਾਰੀ ਪ੍ਰਤੀਪਾਦਿਤ ਕਰਨਾ ਮਤਲਬ ਹੂ ਯੂਜ਼ ਦਿਸ ਟਰਮ, ਕਿਸ ਨੇ ਯੂਜ਼ ਕੀਤਾ, ਕਦੋਂ ਯੂਜ਼ ਕੀਤਾ? ਇਹ ਵਾਲਟਰ ਜੀ ਰੋਜ਼ਨ ਸੀਗੇ, ਇਹਨਾਂ ਨੇ ਪ੍ਰਤੀਪਾਦਿਤ ਕੀਤਾ ਇਸ ਟਰਮ ਨੂੰ। ਉਸ ਤੋਂ ਬਾਅਦ E.O. ਵਿਲਸਨ ਨੇ 1994 ਨੂੰ ਦੁਬਾਰਾ ਪ੍ਰਯੋਗ 'ਚ ਲੈ ਕੇ ਆਏ ਅਤੇ ਜੈਵਿਕ ਵਿਭਿੰਨਤਾ ਦੇ ਸਿਧਾਂਤ ਨੂੰ ਹਰਮਨ ਪਿਆਰਾ ਬਣਾਇਆ। ਅੱਜ ਜੈਵਿਕ ਵਿਭਿੰਨਤਾ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਹੈ। ਇਸ ਦੀ ਚਰਚਾ ਸਿਰਫ ਅੱਜ ਪੜ੍ਹੇ ਲਿਖੇ ਜਾਂ ਫਿਰ ਸਾਇੰਟਿਸਟ ਵਰਗ 'ਚ ਨਹੀਂ ਹੈ, ਬਲਕਿ ਸਾਰਿਆਂ ਦੇ ਵਿੱਚ ਹੈ। ਜੈਵਿਕ ਵਿਭਿੰਨਤਾ ਦੀ ਚਰਚਾ ਵਿਗਿਆਨੀਆਂ ਦੁਆਰਾ ਕੀਤੀ ਜਾਂਦੀ ਹੈ, ਨੀਤੀਕਾਰਾਂ ਦੁਆਰਾ ਕੀਤੀ ਜਾਂਦੀ ਹੈ, ਕਿਉਂਕਿ ਨੀਤੀਕਾਰਾਂ ਨੇ ਉਸ ਦੇ ਲਈ ਨੀਤੀ ਬਣਾਉਣੀ ਹੈ। ਵਿਗਿਆਨੀਆਂ ਨੂੰ ਇਸ ਦੀ ਜ਼ਿਆਦਾ ਸਮਝ ਹੈ ਕਿ ਕਿਸ ਤਰੀਕੇ ਨਾਲ ਕਿਸੇ ਇੱਕ ਚੀਜ਼ ਦੇ ਖਪਤ ਹੋਣ ਦਾ, ਗਾਇਬ ਹੋਣ ਦਾ, ਅਲੋਪ ਹੋਣ ਦਾ ਅਸਰ ਦੂਸਰੇ 'ਤੇ ਪੈਂਦਾ ਹੈ। ਅਤੇ ਆਮ ਜਨਤਾ ਸਾਰਿਆਂ ਵਿੱਚ ਹੁੰਦੀ ਹੈ, ਆਮ ਜਨਤਾ ਨੂੰ ਵੀ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ। ਹੁਣ ਗਰਮੀ ਕਿਸ ਤਰ੍ਹਾਂ ਵੱਧ ਰਹੀ ਹੈ, ਕਿਸ ਤਰ੍ਹਾਂ ਜਲਵਾਯੂ ਪਰਿਵਰਤਨ ਹੋ ਰਹੇ, ਉਹ ਸਾਰੀ ਚੀਜ਼ਾਂ ਕਰਕੇ ਆਮ ਜਨਤਾ ਨੂੰ ਵੀ ਇਸ ਚੀਜ਼ ਦਾ ਪਤਾ ਹੈ। ਯੂਨਾਈਟਿਡ ਨੇਸ਼ਨਸ ਦਾ ਵਾਤਾਵਰਣ 'ਤੇ ਕਾਨਫਰੰਸ ਵੀ ਹੋਇਆ ਹੈ। ਉਹ ਕਾਨਫਰੰਸ ਦੀ ਗੱਲ ਕਰਦੇ ਹਾਂ ਤੇ ਪਹਿਲਾ ਸਟਾਕਹੋਮ ਕਾਨਫਰੰਸ ਸੀ 1972 ਦੇ ਵਿੱਚ, ਇਸ ਦਾ ਨਾਮ ਸੀਗਾ ਵਾਤਾਵਰਣ, ਅਤੇ ਦੂਸਰਾ ਰਿਓ ਡੀ ਜਨੇਰੀਓ ਕਾਨਫਰੰਸ ਸੀ ਜਿਹੜਾ 1992 ਵਿੱਚ ਸੀ, ਇਹਦਾ ਨਾਮ ਸੀ ਵਾਤਾਵਰਣ ਅਤੇ ਵਿਕਾਸ। ਕਿਸ ਤਰੀਕੇ ਨਾਲ ਜਿਹੜਾ ਡਿਵੈਲਪਮੈਂਟ ਹੋ ਰਿਹਾ ਹੈ, ਵਾਤਾਵਰਣ ਨਾਲ ਕਿੱਦਾਂ ਸਸਟੇਨ ਹੋ ਕੇ ਚੱਲ ਸਕਦਾ ਹੈ, ਕਿਸ ਤਰੀਕੇ ਨਾਲ ਇਹ ਵਾਤਾਵਰਣ 'ਤੇ ਅਸਰ ਪਾ ਰਿਹਾ, ਇਹ ਸਾਰੀ ਚੀਜ਼ਾਂ ਇਹਨਾਂ ਵਿੱਚ ਡਿਸਕਸ ਕੀਤੀਆਂ ਗਈਆਂ ਸੀ। ਇਹ ਦੋ ਕਾਨਫਰੰਸ ਬੜੇ ਹੀ ਇੰਪੋਰਟੈਂਟ ਕਾਨਫਰੰਸ ਸੀਗੇ, ਜਿਸ ਦੇ ਬਾਅਦ ਲੋਕਾਂ ਦੇ ਵਿੱਚ ਕਾਫੀ ਜਾਗਰੂਕਤਾ ਆਈ, ਸਿਸਟਮ ਦੇ ਵਿੱਚ ਕਾਫੀ ਜਾਗਰੂਕਤਾ ਆਈ, ਅਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਸਬਜੈਕਟਸ ਹੈ ਵਾਤਾਵਰਣ ਵਰਗੇ ਸਬਜੈਕਟ, ਜਿਸ ਨੂੰ ਕਿ ਬਹੁਤ ਇੰਪੋਰਟੈਂਟ ਮੰਨਦੇ ਹੋਏ ਪੜ੍ਹਾਇਆ ਜਾ ਰਿਹਾ ਹੈ। ਅਗਰ ਯੂਨਾਈਟਿਡ ਨੇਸ਼ਨਸ ਦਾ ਵਾਤਾਵਰਣ ਦੇ ਕਾਨਫਰੰਸ ਦਾ ਨਤੀਜੇ ਦੀ ਗੱਲ ਕਰਦੇ ਹਾਂ ਆਪਾਂ, ਤੇ ਜਨਵਰੀ 2000 ਵਿੱਚ 170 ਤੋਂ ਵੱਧ ਦੇਸ਼ਾਂ ਨੇ ਜੈਵਿਕ ਵਿਭਿੰਨਤਾ ਅਤੇ ਟਿਕਾਊਪੁਣੇ ਦਾ ਮਤਲਬ ਹੁੰਦਾ ਸਸਟੇਨੇਬਲ ਡਿਵੈਲਪਮੈਂਟ, ਕਿਸੇ ਤਰੀਕੇ ਨਾਲ ਕਿਸੇ ਚੀਜ਼ ਦੀ ਟਿਕਾਊਪੁਣੇ ਤੇ ਸੰਬੰਧੀ ਇੱਕ ਸਮਝੌਤੇ ਤੇ ਉੱਪਰ ਹਸਤਾਖਰ ਕੀਤੇ। ਹਸਤਾਖਰ ਮਤਲਬ ਦਸਤਖਤ ਕੀਤੇ, ਰਾਈਟ। ਅਤੇ ਇਹ 2000 ਦੇ ਵਿੱਚ 170, ਹੁਣ ਤਾਂ ਆਲਮੋਸਟ ਸਾਰੇ ਹੀ ਜਿੰਨੇ ਵੀ ਦੇਸ਼ ਹੈ ਪੂਰੇ ਦੇਸ਼ ਦੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ। ਇਸ ਗੱਲ ਨੂੰ ਵੀ ਤਕਰੀਬਨ 20 ਸਾਲ ਹੋਣ ਲੱਗੇ ਹੈ, ਅਤੇ ਇਹ ਇਸ ਲਈ ਕੀਤਾ ਗਿਆ ਤਾਂ ਕਿ ਪ੍ਰਿਥਵੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਜੇ ਪ੍ਰਿਥਵੀ ਸੁਰੱਖਿਅਤ ਨਹੀਂ ਹੈ, ਜੇ ਪ੍ਰਿਥਵੀ ਦਾ ਵਾਤਾਵਰਣ ਸੁਰੱਖਿਅਤ ਨਹੀਂ ਹੈ, ਅਤੇ ਜਿਹੜੇ ਇੱਥੇ ਰਹਿਣ ਵਾਲੇ ਜੀਵ ਜੰਤੂ ਹੈਗੇ, ਇਨਸਾਨ ਨੂੰ ਸ਼ਾਮਿਲ ਕਰਦੇ ਹੋਏ ਮਨੁੱਖ ਨੂੰ ਵੀ ਇਸ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ, ਅਤੇ ਉਹ ਵੀ ਇੱਥੇ ਸੁਰੱਖਿਅਤ ਨਹੀਂ ਰਹਿਣਗੇ। ਅਤੇ ਹੁਣ ਗੱਲ ਕਰਦੇ ਹਾਂ ਕਿ ਜੈਵਿਕ ਵਿਭਿੰਨਤਾ ਦੀ ਕਦਰਾਂ ਕੀਮਤਾਂ ਕੀ ਹੁੰਦੀਆਂ ਨੇ। ਸਭ ਤੋਂ ਪਹਿਲਾਂ ਜੈਵਿਕ ਵਿਭਿੰਨਤਾ ਮਨੁੱਖਾਂ ਲਈ ਉੱਚ ਕੀਮਤੀ ਵਸਤੂ ਹੈ। ਉੱਚ ਕੀਮਤੀ ਵਸਤੂ ਦਾ ਮਤਲਬ ਕੀ ਹੈ? ਠੀਕ ਹੈ ਕਿ ਵੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੈਵਿਕ ਵਿਭਿੰਨਤਾ ਦਾ ਹੋਣਾ, ਕਿਉਂਕਿ ਜਿਹੜੀ ਨਿਰਭਰਤਾ ਹੈ ਇੱਕ ਦੂਸਰੇ 'ਤੇ, ਉਹ ਵਿਭਿੰਨਤਾ ਕਰਕੇ ਹੀ ਹੈ। ਮੰਨ ਲਓ ਕਿ ਵੀ ਇਨਸਾਨ ਹੈਗੇ, ਉਹ ਜਾਨਵਰ ਵੀ ਖਾਂਦੇ ਨੇ, ਉਹ ਫਲ ਫਰੂਟ ਵੀ ਖਾਂਦੇ ਨੇ, ਉਹ ਕ੍ਰਾਪਸ ਵੀ ਖਾਂਦੇ ਨੇ, ਮਤਲਬ ਦਾਣੇ ਖਾਂਦੇ ਨੇ। ਜੇ ਮੰਨ ਲਓ ਦਾਣੇ ਹੀ ਖਤਮ ਹੋ ਗਏ ਤਾਂ ਇਨਸਾਨ ਤਾਂ ਆਪਣੇ ਆਪ ਹੀ ਖਤਮ ਹੋ ਜਾਣਗੇ। ਅਤੇ ਇਸ ਦੇ ਵਿੱਚ ਕਈ ਸਾਰੀਆਂ ਅਸੀਂ ਕਦਰਾਂ ਕੀਮਤਾਂ ਨੂੰ ਸ਼ਾਮਿਲ ਕਰਦੇ ਹਾਂ, ਜਿਹਨਾਂ ਨੂੰ ਵੈਲਿਊਜ਼ ਆਫ ਬਾਇਓਡਾਇਵਰਸਿਟੀ ਕਿਹਾ ਜਾਂਦਾ ਹੈ। ਇਹ ਬਹੁਤ ਸਾਰੇ ਹੈਗੇ, ਜਿਵੇਂ ਕਿ ਪਰਿਸਥਿਤਿਕ ਹੈ, ਅਨੁਵਾਂਸ਼ਿਕ ਹੈ, ਆਰਥਿਕ ਹੈ, ਵਿਗਿਆਨਿਕ ਹੈ, ਸਮਾਜਿਕ ਹੈ, ਸੱਭਿਆਚਾਰਕ ਹੈ। ਅਤੇ ਸ਼ੁਰੂਆਤ ਕਰਦੇ ਹਾਂ ਆਪਾਂ ਪਰਿਸਥਿਤਿਕ ਕਦਰਾਂ ਕੀਮਤਾਂ ਕੀ ਹਨ। ਜੈਵਿਕ ਵਿਭਿੰਨਤਾ ਨੇ ਮਨੁੱਖਤਾ ਨੂੰ ਬਹੁਤ ਸਾਰੀਆਂ ਮੁਫਤ ਵਾਤਾਵਰਣੀ ਸੇਵਾ, ਜਿਵੇਂ ਕਿ ਆਕਸੀਜਨ ਪੈਦਾ ਕਰਨਾ, ਕਾਰਬਨ ਡਾਈਆਕਸਾਈਡ ਦੀ ਮਾਤਰਾ ਨੂੰ ਘਟਾਉਣਾ, ਜਲ ਚੱਕਰ ਬਣਾ ਕੇ ਰੱਖਣਾ, ਮਿੱਟੀ ਨੂੰ ਬਣਾਉਣਾ ਆਦਿ ਪ੍ਰਦਾਨ ਕੀਤਾ। ਇਹ ਪਰਿਸਥਿਤਿਕ ਕਦਰਾਂ ਕੀਮਤਾਂ ਜੋ ਕਿ ਸਾਨੂੰ ਮਿਲਿਆ ਕਿਤੋਂ? ਜੈਵਿਕ ਵਿਭਿੰਨਤਾ ਦੇ ਕਾਰਨ। ਅਤੇ ਅਸੀਂ ਜਾਣਦੇ ਹਾਂ ਕਿ ਵੀ ਇੱਕ ਜਾਤੀ ਜੀਉਣ ਦੇਣ ਲਈ ਬਹੁਤ ਸਾਰੀਆਂ ਹੋਰ ਜਾਤੀਆਂ ਉੱਪਰ ਨਿਰਭਰ ਕਰਦਾ ਹੈ, ਅਤੇ ਜਾਤੀ ਨੂੰ ਤਬਾਹ ਕਰਨ ਦਾ ਮਤਲਬ ਹੈ ਕਿ ਪ੍ਰਬੰਧ ਵਿੱਚ ਬਦਲਾਅ ਲੈ ਕੇ ਆਉਣਾ, ਔਰ ਪ੍ਰਬੰਧ ਵਿੱਚ ਬਦਲਾਅ ਲੈ ਕੇ ਆਉਣਾ ਮਤਲਬ ਉਸ ਨੂੰ ਨਸ਼ਟ ਕਰਨਾ ਹੈ। ਇਸ ਲਈ ਪਰਿਸਥਿਤਿਕ ਕਦਰਾਂ ਕੀਮਤਾਂ ਜਿਹੜੀਆਂ ਜੈਵਿਕ ਵਿਭਿੰਨਤਾ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ। ਉਸ ਤੋਂ ਬਾਅਦ ਹੈ ਜੈਨੇਟਿਕਸ ਕਦਰਾਂ ਕੀਮਤਾਂ, ਯਾਨੀ ਕਿ ਅਨੁਵਾਂਸ਼ਿਕ ਕਦਰਾਂ ਕੀਮਤਾਂ। ਅਨੁਵਾਂਸ਼ਿਕ ਕਦਰਾਂ ਕੀਮਤਾਂ ਕੀ ਹੁੰਦੀਆਂ ਕਿ ਵੀ ਇਹ ਜੀਨ ਤੋਂ ਰਿਲੇਟਡ ਹੈ।
ਅਸੀਂ ਦੇਖਦੇ ਹਾਂ ਕਿ ਪੁਰਾਣੇ ਸਮੇਂ ਤੋਂ ਹੀ ਕਿਸ ਤਰ੍ਹਾਂ ਫਸਲਾਂ ਅਤੇ ਪਾਲਤੂ ਜਾਨਵਰ ਦੀਆਂ ਵਧੀਆ ਕਿਸਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਬਣਾਈਆਂ ਵੀ ਗਈਆਂ ਨੇ। ਔਰ ਅੱਜ ਇੱਕ ਸਭ ਕੁਝ ਜੰਗਲੀ ਕਿਸਮਾਂ ਤੋਂ ਲਾਭਦਾਇਕ ਜੀਨ ਦੀ ਚੋਣ ਕਰਕੇ ਅਸੀਂ ਘਰੇਲੂ ਜਾਤੀਆਂ ਵਿੱਚ ਉਸ ਦਾ ਪ੍ਰਯੋਗ ਕਰਦੇ, ਉਦਯੋਗਿਕ ਪ੍ਰਯੋਗ ਕਰਦੇ ਹਾਂ। ਉਸ ਦਾ ਉਪਯੋਗ ਲੈ ਕੇ ਉਦਯੋਗਿਕ ਤੌਰ 'ਤੇ ਵੀ ਕੀਤਾ ਜਾਂਦਾ ਹੈ ਅਤੇ ਇਸ ਪ੍ਰਕਾਰ ਅਸੀਂ ਜੀਨ ਪਰਿਵਰਤਨ ਰਾਹੀਂ ਅਸੀਂ ਅਜਿਹੀ ਕਿਸਮਾਂ ਤਿਆਰ ਕਰਦੇ ਹਨ ਔਰ ਕਾਮਯਾਬ ਵੀ ਹੋਏ ਹਾਂ, ਜੋ ਕਿ ਜ਼ਿਆਦਾ ਉਪਜ ਦਿੰਦਾ ਹੈ, ਜ਼ਿਆਦਾ ਝਾੜ ਦਿੰਦਾ ਹੈ ਅਤੇ ਰੋਗ ਰਹਿਤ ਹੁੰਦਾ ਹੈ। ਅਗਰ ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰੀਏ ਤਾਂ ਏਸ਼ੀਆ ਵਿੱਚ ਉੱਗਣ ਵਾਲੇ ਚਾਵਲ 4 ਰੋਗਾਂ ਤੋਂ ਮੁਕਤ ਹਨ, ਜੋ ਕਿ ਚਾਵਲਾਂ ਦੀ ਇੱਕ ਭਾਰਤੀ ਜੰਗਲੀ ਕਿਸਮ ਉਰੀਜ਼ਾ ਨਿਵਾਰਾ ਤੋਂ ਤਿਆਰ ਕੀਤੇ ਗਏ ਹਨ। ਖੇਤੀ ਵਿਗਿਆਨ ਲਈ ਇਹ ਜੈਵਿਕ ਵਿਭਿੰਨਤਾ ਇੱਕ ਜੀਨ ਬੈਂਕ ਦੀ ਤਰ੍ਹਾਂ ਹੈ, ਜੋ ਕਿ ਵਧੀਆ ਫਸਲਾਂ ਤਿਆਰ ਕਰਨ ਵਿੱਚ ਵਰਤੀ ਜਾਂਦੀ ਹੈ। ਅਤੇ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਅਨੁਵਾਂਸ਼ਿਕ ਕਦਰਾਂ ਕੀਮਤਾਂ ਯਾਨੀ ਕਿ ਜੈਨੇਟਿਕ ਵੈਲਿਊਜ਼ ਜਿਹੜੀਆਂ ਇਹ ਵੀ ਸਾਡੇ ਲਾਈਫ ਦੇ ਵਿੱਚ ਇਹ ਵੀ ਸਾਡੀ ਜੈਵਿਕ ਵਿਭਿੰਨਤਾ ਦੇ ਵਿੱਚ ਬਹੁਤ ਅਹਿਮ ਰੋਲ ਪੈਦਾ ਕਰਦੀ ਹੈ ਔਰ ਇੱਕ ਅਹਿਮ ਫੈਕਟਰ ਹੈ। ਉਸ ਤੋਂ ਬਾਅਦ ਆਰਥਿਕ ਕਦਰਾਂ ਕੀਮਤਾਂ। ਜੈਵਿਕ ਵਿਭਿੰਨਤਾ ਦੀ ਆਰਥਿਕ ਉਪਯੋਗਤਾ ਵੀ ਹੈ। ਅਸੀਂ ਜਿਸ ਮੰਡਲ ਦੇ ਵਿੱਚ ਰਹਿੰਦੇ ਹਾਂ ਉਸ ਨੂੰ ਸਥਲ ਮੰਡਲ ਕਿਹਾ ਜਾਂਦਾ, ਪਰ ਸਥਲ ਮੰਡਲ ਜੀਵ ਜਿਹੜਾ ਹੈ ਸਥਲ ਮੰਡਲ ਦੇ ਵਿੱਚ ਰਹਿੰਦਾ ਹੈ, ਜਲ ਮੰਡਲ 'ਚ ਵੀ ਰਹਿੰਦਾ ਹੈ, ਵਾਯੂ ਮੰਡਲ 'ਚ ਵੀ ਹੈ। ਅਤੇ ਜੀਵ ਮੰਡਲ ਸਭ ਨੂੰ ਮਿਲਾ ਕੇ ਜਿੱਥੇ ਜੀਵ ਰਹਿੰਦੇ ਉਸ ਨੂੰ ਜੀਵ ਮੰਡਲ ਕਿਹਾ ਜਾਂਦਾ। ਜੀਵ ਮੰਡਲ ਵਿਚਲੀ ਜੈਵਿਕ ਵਿਭਿੰਨਤਾ ਜਿਹੜੀ ਹੈ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਲਈ ਸਿੱਧੇ ਅਤੇ ਅਸਿੱਧੇ ਤੌਰ 'ਤੇ ਜ਼ਿੰਮੇਦਾਰ ਹੈ ਅਤੇ ਜੰਗਲ ਵਿੱਚ ਵਿਚਰਨ ਵਾਲੇ ਆਪਣੀਆਂ ਸਾਰੀਆਂ ਦੈਨਿਕ ਜ਼ਰੂਰਤਾਂ ਵਿੱਚ, ਜਿਵੇਂ ਕਿ ਸਾਨੂੰ ਅਸੀਂ ਭੋਜਨ ਕਰਦੇ ਹਾਂ, ਕੱਪੜਾ, ਇਮਾਰਤੀ ਸਾਜੋ ਸਮਾਨ, ਪ੍ਰਚਲਿਤ ਦਵਾਈਆਂ, ਫਲ ਦੀ ਪੂਰਤੀ ਜੰਗਲਾਂ ਤੋਂ ਹੀ ਕਰਦੇ ਹਾਂ। ਅਤੇ ਇਹ ਜੈਵਿਕ ਵਿਭਿੰਨਤਾ ਦੀ ਜਿਹੜੀ ਹੈ ਇਹ ਆਰਥਿਕ ਕਦਰਾਂ ਕੀਮਤਾਂ ਹਨ। ਅਸੀਂ ਜੇ ਐਗਜ਼ਾਮਪਲ ਦੀ ਗੱਲ ਕਰਦੇ ਹਾਂ ਅਤੇ ਇੱਕ ਦਰਖਤ ਤੋਂ ਸਾਨੂੰ ਫਲ ਮਿਲਦਾ, ਪੱਤੇ ਮਿਲਦੇ ਆ, ਸਾਨੂੰ ਲੱਕੜ ਮਿਲਦਾ ਹੈ ਨਾ, ਅਤੇ ਨਿਵਾਸ ਸਥਾਨ ਬਣਾਉਣ ਲਈ, ਖਾਣ ਲਈ ਸਭ ਕੁਝ ਚੀਜ਼ਾਂ ਮਿਲਦੀਆਂ ਅਤੇ ਇਹਨਾਂ ਦੀ ਵੀ ਸਾਂਭ ਸੰਭਾਲ ਬੜੀ ਜ਼ਰੂਰੀ ਹੈ। ਅਤੇ ਉਸ ਤੋਂ ਬਾਅਦ ਹੈ ਵਿਗਿਆਨਿਕ ਕਦਰਾਂ ਕੀਮਤਾਂ। ਅਗਰ ਵਿਗਿਆਨਿਕ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਇਸ ਤੋਂ ਪਹਿਲਾਂ ਦਰਖਤ ਦੀ ਵੈਲਿਊ ਬਾਰੇ ਹੋਰ ਦੱਸ ਦਿੱਤਾ ਜਾਵੇ ਕਿ ਜਨਵਰੀ 1981 ਵਿੱਚ ਵਾਰਾਣਸੀ ਵਿਖੇ ਹੋਈ ਇੰਡੀਅਨ ਸਾਇੰਸ ਕਾਂਗਰਸ ਵਿੱਚ ਪੇਸ਼ ਕੀਤੇ ਗਏ ਖੋਜ ਪੇਪਰ ਅਨੁਸਾਰ 15 ਸਾਲ ਪੁਰਾਣੇ ਦਰਖਤ ਦੀ ਕੀਮਤ ਉਦੋਂ ਪ੍ਰਚਲਿਤ ਕੀਮਤੀ ਦਰਾਂ ਦੇ ਅਨੁਸਾਰ 15.7 ਲੱਖ ਹੈ। ਇਸ ਕੀਮਤ ਨੂੰ ਉਹਨਾਂ ਨੇ ਬਹੁਤ ਬੜੇ ਤਰੀਕੇ ਨਾਲ ਸਮਝਾਇਆ ਕਿ ਆਕਸੀਜਨ ਉਹ ਜਿਹੜਾ ਦਿੰਦਾ ਉਹ 2,50,000 ਦਾ ਹੈ। ਹਵਾ ਪ੍ਰਦੂਸ਼ਣ 'ਤੇ ਕਾਬੂ ਕਰਨ ਲਈ ਉਹ 5 ਲੱਖ ਤੱਕ ਦਾ ਕੰਮ ਕਰਦਾ। ਭੂਮੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਉਹ 2,50,000 ਰੁਪਏ ਦੀ ਵੈਲਿਊ ਦਿੰਦਾ ਹੈ ਅਤੇ ਪਾਣੀ ਦੇ ਪੁਨਰ ਚੱਕਰ ਲਈ ਉਹ ਨਮੀ ਉੱਪਰ ਕਾਬੂ ਰੱਖਦਾ, ਉਹ 3 ਲੱਖ ਦੀ ਐਟਲੀਸਟ ਵੈਲਿਊ ਦਿੰਦਾ ਹੈ ਅਤੇ ਪੰਛੀਆਂ ਅਤੇ ਜੰਤੂਆਂ ਨੂੰ ਆਸਰਾ ਲਈ ਉਹ 2,50,000 ਦੀ ਵੈਲਿਊ ਦਿੰਦਾ ਹੈ ਅਤੇ ਪ੍ਰੋਟੀਨ ਉਹ 20,000 ਤੱਕ ਦੀ ਵੈਲਿਊ ਦਾ ਦਿੰਦਾ ਹੈ। ਅਤੇ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਕਿ ਕਿਸ ਤਰੀਕੇ ਨਾਲ ਆਰਥਿਕ ਕਦਰਾਂ ਕੀਮਤਾਂ ਸਾਡੇ ਜੈਵਿਕ ਵਿਭਿੰਨਤਾ ਦੀ। ਵਿਗਿਆਨਿਕ ਕਦਰਾਂ ਕੀਮਤਾਂ ਦੀ ਗੱਲ ਕਰੀਏ ਜੇ ਅਤੇ ਵਿਗਿਆਨ ਦੀਆਂ ਵੱਖ-ਵੱਖ ਸ਼ਾਖਾਵਾਂ ਲਈ ਜੈਵਿਕ ਵਿਭਿੰਨਤਾ ਦੀਆਂ ਵੱਖੋ ਵੱਖਰੀਆਂ ਕਦਰਾਂ ਕੀਮਤਾਂ ਕਾਫੀ ਸਾਰੀਆਂ ਸ਼ਾਖਾਵਾਂ ਹੈਗੀਆਂ, ਜੋ ਕਿ ਦਵਾਈ ਦੇ ਤੌਰ 'ਤੇ ਪੱਤੀਆਂ ਮਤਲਬ ਇਹਨਾਂ ਪੌਦਿਆਂ ਨੂੰ ਯੂਜ਼ ਕਰਦੇ ਹਨ, ਜਿਵੇਂ ਕਿ ਕੁਨੀਨ, ਪੈਨਸਲੀਨ, ਉਸ ਤੋਂ ਬਾਅਦ ਹੈ ਡੀਜ਼ੋਟੌਕਸਿਨ, ਤੁਲਸੀ, ਨਿੰਮ, ਇਹ ਸਾਰੇ ਪੌਦੇ। ਉਸ ਤੋਂ ਬਾਅਦ ਸਮਾਜਿਕ ਕਦਰਾਂ ਕੀਮਤਾਂ ਵੀ ਹੈਗੀਆਂ। ਇਹ ਠੀਕ ਹੈ, ਸਮਾਜਿਕ ਕਦਰਾਂ ਕੀਮਤਾਂ ਮੈਡੀਸਨਲ ਵੈਲਿਊਜ਼ ਹੋ ਗਿਆ। ਉਸ ਤੋਂ ਬਾਅਦ ਸਮਾਜਿਕ ਕਦਰਾਂ ਕੀਮਤਾਂ। ਸਮਾਜਿਕ ਕਦਰਾਂ ਕੀਮਤਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿਸ ਤਰੀਕੇ ਨਾਲ ਬਹੁਤ ਸਾਰੀਆਂ ਪਰੰਪਰਾਗਤ ਸਮੁਦਾਇ ਜਿਹੜੇ ਹਜੇ ਵੀ ਉਹਨਾਂ ਦਾ ਕੁਦਰਤ ਨਾਲ ਬਹੁਤ ਨੇੜਲਾ ਰਿਸ਼ਤਾ ਹੈ। ਅਜਿਹੇ ਸਮਾਜ ਨੂੰ ਪਰਿਸਥਿਤਿਕ ਦੁਨੀਆ ਯਾਨੀ ਕਿ ਈਕੋਸਿਸਟਮ ਪੀਪਲ ਦੇ ਨਾਂ ਨਾਲ ਜਾਣਿਆ ਜਾਂਦਾ। ਉਹ ਜੈਵਿਕ ਵਿਭਿੰਨਤਾ ਨੂੰ ਆਪਣੇ ਸਮਾਜ ਦੇ ਉਪਜੀਵਿਕਾ ਦਾ ਹਿੱਸਾ ਮੰਨਦੇ ਹਨ, ਯਾਨੀ ਕਿ ਖਾਣ ਕਮਾਉਣ ਲਈ ਉਹ ਇਹਨਾਂ ਚੀਜ਼ਾਂ 'ਤੇ ਨਿਰਭਰ ਰਹਿੰਦੇ ਹਨ ਅਤੇ ਉਹ ਉਸ ਦਾ ਪਾਰਟ ਮੰਨਦੇ, ਆਪਣੇ ਆਪ ਨੂੰ ਜੈਵਿਕ ਵਿਭਿੰਨਤਾ ਦਾ ਪਾਰਟ ਮੰਨਦੇ। ਅਤੇ ਇਹਦੀ ਜੈਵਿਕ ਵਿਭਿੰਨਤਾ ਦੀ ਇੱਕ ਹੋਰ ਵੈਲਿਊ ਹੈ। ਉਸ ਤੋਂ ਬਾਅਦ ਹੈ ਸੱਭਿਆਚਾਰਕ ਕਦਰਾਂ ਕੀਮਤਾਂ। ਸੱਭਿਆਚਾਰਕ ਕਦਰਾਂ ਕੀਮਤਾਂ ਦੀ ਗੱਲ ਕਰੀਏ ਅਸੀਂ
ਤੇ ਅਸੀਂ ਕਿਸ ਤਰ੍ਹਾਂ ਨਾਲ ਰਿਲੀਜੀਅਸ ਆਸਪੈਕਟ ਤੋਂ ਵੀ ਇਸ ਦੇ ਨਾਲ ਜੁੜੇ ਹੁੰਦੇ ਨੇ। ਪੀਪਲ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਤੁਲਸੀ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਹੈ, ਕਿਸ ਤਰ੍ਹਾਂ ਇਸ ਦੇ ਅਲੱਗ ਫਾਇਦੇ ਹੈ। ਉਸ ਤੋਂ ਬਾਅਦ ਸੱਪਾਂ ਨੂੰ ਵੀ ਕਈ ਜਗ੍ਹਾ ਪੂਜਿਆ ਜਾਂਦਾ ਹੈ। ਉਸ ਤੋਂ ਬਾਅਦ ਕਈ ਜਗ੍ਹਾ ਗਰੂਪਸ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਸਾਰੇ ਹੈ। ਉਸ ਤੋਂ ਬਾਅਦ ਸਹਿਜ ਅਤੇ ਮਨੋਰੰਜਨ ਕਦਰਾਂ ਕੀਮਤਾਂ ਯਾਨੀ ਐਸਥੈਟਿਕ ਐਂਡ ਰੀਕ੍ਰੀਏਸ਼ਨਲ ਵੈਲਿਊਜ਼ ਦੀ ਗੱਲ ਕਰੀਏ ਤਾਂ ਇਹ ਵੀ ਸਾਡੇ ਲਈ ਬੜਾ ਇੰਪੋਰਟੈਂਟ ਹੁੰਦਾ ਹੈ। ਕਿਸ ਤਰੀਕੇ ਨਾਲ ਕਿ ਵੀ ਜੰਗਲਾਂ ਤੋਂ ਸਾਨੂੰ ਬਹੁਤ ਸਾਰੀ ਚੀਜ਼ਾਂ ਮਿਲਦੀਆਂ, ਕੁਦਰਤ ਦਾ ਆਨੰਦ ਲੈ ਕੇ ਵਿਅਕਤੀ ਖੁਸ਼ ਹੋ ਜਾਂਦਾ ਹੈ। ਉਸ ਤੋਂ ਬਾਅਦ ਖੂਬਸੂਰਤੀ, ਹੈਰਾਨੀ, ਖੁਸ਼ੀ ਅਤੇ ਮਨੋਰੰਜਨ ਦਾ ਸਰੋਤ ਵੀ ਹੈ। ਉਸ ਤੋਂ ਬਾਅਦ ਫਲਾਂ ਤੋਂ ਇਹਨਾਂ ਨੂੰ ਤਾਜ਼ਗੀ ਪ੍ਰਾਪਤ ਹੁੰਦੀ ਹੈ, ਫੁੱਲਾਂ ਤੋਂ ਸੁਗੰਧ ਮਿਲਦਾ ਹੈ। ਇਹ ਸਾਰੇ ਕਈ ਤਰ੍ਹਾਂ ਦੇ ਜਿਹੜੀਆਂ ਵੈਲਿਊਜ਼ ਹੈ ਸਾਨੂੰ ਪ੍ਰਾਪਤ ਹੁੰਦੀਆਂ ਜੈਵਿਕ ਵਿਭਿੰਨਤਾ ਤੋਂ। ਅਤੇ ਜੈਵਿਕ ਵਿਭਿੰਨਤਾ ਦੇ ਪੱਧਰ ਨੂੰ ਆਪਾਂ ਨੈਕਸਟ ਵੀਡੀਓ 'ਚ ਪੜ੍ਹਾਂਗੇ। ਵੀਡੀਓ ਵੱਡਾ ਹੋ ਰਿਹਾ ਅਤੇ ਇਸ ਲਈ ਜੈਵਿਕ ਵਿਭਿੰਨਤਾ ਦਾ ਵੈਲਿਊਜ਼ ਤੱਕ ਇੱਥੇ ਸ਼ਾਮਿਲ ਹੈ, ਅਲੱਗ ਅਲੱਗ ਵੈਲਿਊਜ਼ ਹੈ। ਇਸ ਨੂੰ ਅਗਰ ਇੰਗਲਿਸ਼ 'ਚ ਡਿਵਾਈਡ ਕੀਤਾ ਗਿਆ ਤਾਂ ਇੰਗਲਿਸ਼ 'ਚ ਡਿਵਾਈਡ ਕੀਤਾ ਵੈਲਿਊਜ਼ ਆਫ ਬਾਇਓਡਾਇਵਰਸਿਟੀ। ਇਹ ਦੋ ਤਰ੍ਹਾਂ ਦੇ ਵੈਲਿਊਜ਼ ਹੈ, ਡਾਇਰੈਕਟ ਵੈਲਿਊਜ਼ ਐਂਡ ਇਨਡਾਇਰੈਕਟ ਵੈਲਿਊਜ਼। ਡਾਇਰੈਕਟ ਵੈਲਿਊਜ਼ ਜਿਹੜੇ ਸਾਡੇ ਨਾਲ ਸੰਬੰਧਿਤ ਹੈ ਉਹ ਕੰਜ਼ੰਪਸ਼ਨ ਅਤੇ ਪ੍ਰੋਡਕਸ਼ਨ ਨਾਲ ਹੈ, ਔਰ ਇਨਡਾਇਰੈਕਟ ਵੈਲਿਊਜ਼ ਜਿਹੜੇ ਸੰਬੰਧਿਤ ਹੈ ਸੋਸ਼ਲ ਐਂਡ ਕਲਚਰਲ ਹੈ, ਐਥੀਕਲ ਵੈਲਿਊਜ਼ ਹੈ, ਐਸਥੈਟਿਕ ਵੈਲਿਊਜ਼ ਹੈ, ਆਪਸ਼ਨਲ ਵੈਲਿਊਜ਼ ਹੈ, ਇਨਵਾਇਰਮੈਂਟਲ ਵੈਲਿਊਜ਼ ਹੈ। ਅਤੇ ਇਹ ਸਾਰੇ ਸ਼ਾਮਿਲ ਹੈਗੇ ਇਸ ਦੇ ਵਿੱਚ। ਉਮੀਦ ਹੈ ਕਿ ਤੁਹਾਨੂੰ ਬਾਇਓਡਾਇਵਰਸਿਟੀ ਕੀ ਹੈ ਔਰ ਵੈਲਿਊਜ਼ ਆਫ ਬਾਇਓਡਾਇਵਰਸਿਟੀ ਕੀ ਹੈ ਇਸ ਦੇ ਬਾਰੇ ਸਮਝ ਲੱਗੀ ਹੋਏਗੀ। ਬਾਕੀ ਅਸੀਂ ਨੈਕਸਟ ਵੀਡੀਓ 'ਚ ਕਰਾਂਗੇ ਅਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏਗੀ। ਡੂ ਸਬਸਕ੍ਰਾਈਬ ਇਟ ਐਂਡ ਸ਼ੇਅਰ ਇਟ ਵਿਦ ਯੂਰ ਫਰੈਂਡਸ। ਥੈਂਕ ਯੂ ਐਂਡ ਗॉड ਬਲੈਸ ਯੂ।